Good afternoon, students. Today we are going to revise the next topic, that is the retained earning, and it is also known as the plowing back of profit. Plowing back of profit ਦਾ ਮਤਲਬ ਕੀ ਹੈ ਕਿ ਜਿਹੜਾ ਪ੍ਰੋਫਿਟ ਅਸੀਂ ਕਮਾਇਆ ਆ ਉਹਨੂੰ ਵਾਪਸ ਅਸੀਂ ਆਪਣੇ ਬਿਜ਼ਨਸ ਦੇ ਵਿੱਚ ਰੀਇਨਵੈਸਟ ਕਰਦੇ ਹਾਂ। ਰਿਟੇਨਡ ਅਰਨਿੰਗ ਬੋਲਦੇ ਇਹਨੂੰ, ਸੈਲਫ ਫਾਈਨੈਂਸਿੰਗ ਵੀ ਬੋਲਦੇ ਆ ਜਾਂ ਫਿਰ ਰਿਜ਼ਰਵ ਵੀ ਬੋਲਦੇ, ਕਿਉਂਕਿ ਅਸੀਂ ਪੈਸਾ ਉਹ ਕੀ ਕਰਦੇ, ਰਿਜ਼ਰਵ ਕਰਕੇ ਰੱਖਦੇ, ਬਚਾ ਕੇ ਰੱਖਦੇ ਹਾਂ ਐਂਡ ਫਿਰ ਅਸੀਂ ਉਹਨੂੰ ਦੁਬਾਰਾ ਤੋਂ ਰੀਇਨਵੈਸਟ ਕਰਦੇ ਹਾਂ। ਸੋ ਇਟ ਰੈਫਰਸ ਟੂ ਦਾ ਅਨਡਿਸਟਰੀਬਿਊਟਿਡ ਪ੍ਰੋਫਿਟ ਆਫਟਰ ਪੇਮੈਂਟ ਆਫ ਡਿਵੀਡੈਂਡ ਐਂਡ ਟੈਕਸਸ। ਜਦੋਂ ਅਸੀਂ ਸਾਰੇ ਟੈਕਸ ਅਤੇ ਸਾਰੇ ਡਿਵੀਡੈਂਡ ਵਗੈਰਾ ਪੇ ਕਰ ਦਿੰਦੇ ਹਾਂ, ਉਸ ਤੋਂ ਬਾਅਦ ਸਾਡੇ ਕੋਲ ਪ੍ਰੋਫਿਟ ਬਚਦਾ ਆ ਅਤੇ ਅਸੀਂ ਉਸ ਪ੍ਰੋਫਿਟ ਨੂੰ ਡਿਸਟਰੀਬਿਊਟ ਨਹੀਂ ਕਰਦੇ, ਇਸ ਕਰਕੇ ਉਹਨੂੰ ਅਨਡਿਸਟਰੀਬਿਊਟਿਡ ਪ੍ਰੋਫਿਟ ਬੋਲਿਆ ਗਿਆ ਆ। ਉਹਨੂੰ ਡਿਸਟਰੀਬਿਊਟ ਕਰਨ ਦੀ ਬਜਾਏ ਅਸੀਂ ਕੀ ਕਰਦੇ ਹਾਂ, ਦੁਬਾਰਾ ਤੋਂ ਰੀਇਨਵੈਸਟ ਕਰਦੇ ਹਾਂ। ਇਟ ਪ੍ਰੋਵਾਈਡ ਦਾ ਬੇਸਿਸ ਆਫ ਐਕਸਪੈਂਸ਼ਨ ਐਂਡ ਗਰੋਥ ਆਫ ਦਾ ਕੰਪਨੀਜ਼। ਜਿਹੜੀਆਂ ਵੀ ਸਾਡੀ ਪ੍ਰੋਫਿਟ ਹੁੰਦਾ ਆ, ਰਿਟੇਨਡ ਅਰਨਿੰਗਸ ਹੁੰਦੀਆਂ ਆ, ਉਹਦੇ ਨਾਲ ਅਸੀਂ ਆਪਣੇ ਬਿਜ਼ਨਸ ਨੂੰ, ਆਪਣੀ ਕੰਪਨੀ ਨੂੰ ਕੀ ਕਰਦੇ ਹਾਂ, ਗਰੋ ਕਰਦੇ ਹਾਂ, ਐਕਸਪੈਂਡ ਕਰਦੇ ਹਾਂ। ਇਟ ਇਜ਼ ਦ ਮੋਸਟ ਇੰਪੋਰਟੈਂਟ ਸੋਰਸ ਆਫ ਫਾਈਨੈਂਸ, ਮੀਨਸ ਇੱਕ ਤਰ੍ਹਾਂ ਦਾ ਸਾਡਾ ਇੱਕ ਜ਼ਰੀਆ ਜਿੱਥੋਂ ਸਾਨੂੰ ਕੀ ਆ, ਫਾਈਨੈਂਸ ਮਿਲਦਾ ਆ। Features of retained earning, the first is cushion of security. The retained earnings are considered as cushion of security because they provide the support in time of adversity. ਮੀਨਸ ਜਦੋਂ ਸਾਡੇ ਕੋਲ ਕੋਈ ਇਹੋ ਜਿਹਾ ਟਾਈਮ ਹੁੰਦਾ ਜਦੋਂ ਸਾਨੂੰ ਕੋਈ ਵੀ ਕਿਸੇ ਵੀ ਮਤਲਬ ਕਿ ਸੋਰਸ ਤੋਂ ਸਾਨੂੰ ਫਾਈਨੈਂਸ ਨਹੀਂ ਮਿਲ ਪਾਉਂਦਾ, ਠੀਕ ਹੈ, ਅਸੀਂ ਕਿਸੇ ਵੀ ਮਤਲਬ ਕਿਸੇ ਤਰ੍ਹਾਂ ਦਾ ਕੋਈ ਅਰੇਂਜਮੈਂਟ ਨਹੀਂ ਕਰ ਪਾ ਰਹੇ ਹਾਂ ਕਿ ਸਾਨੂੰ ਫਾਈਨੈਂਸ ਮਿਲ ਜੇ, ਅਵੇਲੇਬਲ ਹੋ ਜੇ, ਅਤੇ ਉਸ ਟਾਈਮ 'ਤੇ ਕੀ ਹੈ, ਸਾਡੀ ਰਿਟੇਨਡ ਅਰਨਿੰਗ ਕੰਮ ਆਉਂਦੀ ਆ, ਆਪਣੀ ਸੇਵਿੰਗ ਕੰਮ ਆਉਂਦੀ ਹੈ ਅਤੇ ਐਜ਼ ਆ ਸਾਨੂੰ ਕੀ ਕਰਦੀ ਹੈ, ਸਿਕਿਉਰ ਕਰਦੀ ਹੈ। ਨੈਕਸਟ ਇਜ਼ ਦੀ ਫੰਡ ਫॉर ਨਿਊ ਐਂਡ ਇਨੋਵੇਟਿਵ ਪ੍ਰੋਜੈਕਟਸ। ਅਗਰ ਅਸੀਂ ਆਪਣੇ ਬਿਜ਼ਨਸ ਨੂੰ ਐਕਸਪੈਂਡ ਕਰਨਾ ਚਾਹੁੰਦੇ ਹਾਂ, ਕੋਈ ਨਵਾਂ ਪ੍ਰੋਜੈਕਟ ਸਾਈਨ ਕਰ ਰਹੇ ਹਾਂ, ਕੰਟਰੈਕਟ ਡੀਲ ਸਾਈਨ ਕਰ ਰਹੇ ਹਾਂ ਜਾਂ ਫਿਰ ਕੋਈ ਰਿਸਰਚ ਕਰ ਰਹੇ ਹਾਂ, ਅਤੇ ਉਹ ਅਸੀਂ ਆਪਣੇ ਫੰਡ ਨੂੰ ਉਹਦੇ ਵਿੱਚ ਯੂਜ਼ ਕਰ ਸਕਦੇ ਹਾਂ। ਮੀਡੀਅਮ ਐਂਡ ਲੌਂਗ ਟਰਮ ਫਾਈਨੈਂਸ, ਦੇਖੋ ਕਿਉਂਕਿ ਇਹ ਤੁਹਾਡਾ ਖੁਦ ਦਾ ਫੰਡ ਆ, ਤੁਸੀਂ ਕਿਸੇ ਤੋਂ ਬੋਰੋ ਨਹੀਂ ਕਰਨਾ, ਤੁਹਾਡੀ ਆਪਣੀ ਸੇਵਿੰਗ ਆ ਜਿਹੜੀ ਤੁਸੀਂ ਬਚਾ ਕੇ ਰੱਖੀ, ਰਿਜ਼ਰਵ ਕਰਕੇ ਰੱਖੀ ਆ। ਸੋ ਇਹ ਤੁਹਾਡੇ ਕੀ ਆ, ਇੱਕ ਮੀਡੀਅਮ ਟਰਮ ਫਾਈਨੈਂਸ ਵੀ ਆ ਐਂਡ ਲੌਂਗ ਟਰਮ ਫਾਈਨੈਂਸ ਵੀ ਆ। ਮੀਨਸ ਚਾਹੇ ਤੁਸੀਂ ਉਹਨੂੰ ਲੰਬੇ ਟਾਈਮ ਲਈ ਯੂਜ਼ ਕਰ ਲਓ, ਚਾਹੇ ਤੁਸੀਂ ਉਹਨੂੰ ਸ਼ਾਰਟ ਮਤਲਬ ਕਿ ਥੋੜ੍ਹਾ ਸ਼ਾਰਟ ਪੀਰੀਅਡ ਆਫ ਟਾਈਮ ਲਈ ਯੂਜ਼ ਕਰ ਲਓ। The next is the conversion into ownership fund. The surplus retained earning can be converted into share capital. ਇਹਨੂੰ ਤੁਸੀਂ ਸ਼ੇਅਰ ਕੈਪੀਟਲ ਵਿੱਚ ਵੀ ਕਨਵਰਟ ਕਰ ਸਕਦੇ ਹੋ। ਜਿਹੜਾ ਤੁਹਾਡਾ ਪ੍ਰੋਫਿਟ ਹੋਏਗਾ ਉਹਨੂੰ ਕੈਪੀਟਲ 'ਚ ਕਨਵਰਟ ਕਿੱਦਾਂ ਕਰਾਂਗੇ, ਜਦੋਂ ਅਸੀਂ ਉਸ ਅਮਾਊਂਟ ਨੂੰ, ਉਸ ਫੰਡ ਨੂੰ ਕੀ ਕਰਾਂਗੇ, ਕੈਪੀਟਲ ਫਾਰਮੇਸ਼ਨ ਕਰ ਲਈ ਅਤੇ ਸ਼ੇਅਰਸ ਵਗੈਰਾ ਆਫਰ ਕਰ ਦਿੱਤੇ। ਸੋ ਇਨ ਇਸ਼ੂ ਆਫ ਬੋਨਸ ਸ਼ੇਅਰ ਦੇਰ ਇਜ਼ ਨੋ ਆਊਟਫਲੋ ਆਫ ਕੈਸ਼। ਉਹਦੇ ਨਾਲ ਕੀ ਆ, ਸਾਡੀ ਕੰਪਨੀ ਵਿੱਚੋਂ ਪੈਸਾ ਜਾਂਦਾ ਨਹੀਂ ਆ, ਬਲਕਿ ਉਹ ਪੈਸਾ ਆਉਂਦਾ ਆ। ਸੋ ਦ ਓਨਰਸ਼ਿਪ ਫੰਡ ਦੇ ਵਿੱਚੋਂ ਕਨਵਰਟ ਹੋ ਜਾਂਦਾ ਆ। ਸੋ ਦਿਸ ਵਰ ਦਾ ਫੋਰਥ ਫੀਚਰ ਐਂਡ ਦਾ ਨੈਕਸਟ ਫੀਚਰ ਇਜ਼ ਦੀ ਮੋਸਟ ਡਿਪੈਂਡੇਬਲ ਸੋਰਸ। ਡਿਪੈਂਡੇਬਲ ਸੋਰਸ ਕਿਉਂ, ਕਿਉਂਕਿ ਆਪਣੇ ਫੰਡ 'ਤੇ ਹੀ ਅਸੀਂ ਡਿਪੈਂਡੇਬਲ ਹਾਂ, ਆਪਣੇ ਕਿਸੇ ਤੋਂ ਬੋਰੋ ਨਹੀਂ ਕਰਨਾ, ਕੋਈ ਲੋਨ ਨਹੀਂ ਲੈਣਾ। ਸੋ ਇੱਕ ਤਰ੍ਹਾਂ ਦਾ ਇੰਟਰਨਲ ਸੋਰਸ ਆ, ਓਨਰਸ ਫੰਡ ਆ। ਇਟ ਇਜ਼ ਮੋਰ ਡਿਪੈਂਡੇਬਲ ਦੈਨ ਦਾ ਐਕਸਟਰਨਲ ਸੋਰਸ ਆਫ ਫਾਈਨੈਂਸ। ਅਸੀਂ ਕਿਸੇ ਦੂਸਰੇ ਪਰਸਨ ਜਾਂ ਦੂਸਰੀ ਕੰਪਨੀ ਜਾਂ ਦੂਸਰੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ 'ਤੇ ਡਿਪੈਂਡੇਬਲ ਨਹੀਂ ਆ। The external source depend upon the preference of investors, market conditions. ਅਗਰ ਅਸੀਂ ਕਿਸੇ ਬਾਹਰ ਵਾਲੇ ਪਰਸਨ ਤੋਂ ਕੋਈ ਅਮਾਊਂਟ ਲੈਣਾ, ਫਾਈਨੈਂਸ ਅਰੇਂਜ ਕਰਨਾ ਆ, ਸੋ ਉਹ ਇਨਵੈਸਟਰ ਦੀ ਪ੍ਰੈਫਰੈਂਸ, ਇਨਵੈਸਟਰ ਜਿੱਦਾਂ ਕਹਿੰਦੇ ਆ ਅਸੀਂ ਉਹਦੇ ਅਕੋਰਡਿੰਗ ਕਰਨਾ ਹੁੰਦਾ। ਬਟ ਇਟ ਇਜ਼ ਦਾ ਇੰਟਰਨਲ ਸੋਰਸ, ਅਸੀਂ ਕਿਸੇ ਦੀ ਸਲਾਹ ਨਹੀਂ ਲੈਣੀ, ਠੀਕ ਆ। ਆਪਣਾ ਪੈਸਾ ਜਦੋਂ ਤੁਹਾਨੂੰ ਜ਼ਰੂਰਤ ਆ, ਜਦੋਂ ਤੁਸੀਂ ਚਾਹੋ ਉਦੋਂ ਤੁਸੀਂ ਆਪਣੇ ਫੰਡ ਨੂੰ ਯੂਜ਼ ਕਰ ਸਕਦੇ ਹੋ। ਨੋ ਇੰਟਰਫੇਅਰੈਂਸ ਵਿਦ ਰਿਟੇਨਡ ਅਰਨਿੰਗ, ਦੇਰ ਇਜ਼ ਨੋ ਇਨਕਰੀਜ਼ ਇਨ ਦਾ ਨੰਬਰ ਆਫ ਸ਼ੇਅਰ ਹੋਲਡਰਸ, ਠੀਕ ਆ। ਕਿਸੇ ਤਰ੍ਹਾਂ ਦਾ ਕੋਈ ਇੰਟਰਫੇਅਰੈਂਸ ਨਹੀਂ ਹੈ, ਨਾ ਹੀ ਕੋਈ ਇੰਟਰਪਸ਼ਨ ਹੁੰਦੀ ਹੈ, ਨਾ ਹੀ ਕੋਈ ਆਪਣਾ ਹੱਕ ਜਤਾਉਂਦਾ ਆ, ਠੀਕ ਆ। ਸੋ ਕਿਸੇ ਤਰ੍ਹਾਂ ਦਾ ਕੋਈ ਇੰਟਰਫੇਅਰੈਂਸ ਨਹੀਂ ਹੈ, ਨਾ ਹੀ ਤੁਹਾਡੀ ਕੰਪਨੀ ਦੇ ਵਿੱਚ ਕੋਈ ਸ਼ੇਅਰ ਹੋਲਡਰ ਇੰਕਰੀਜ਼ ਹੁੰਦੇ ਆ। ਕਿਉਂ, ਕਿਉਂਕਿ ਜਿੰਨੇ ਜ਼ਿਆਦਾ ਸ਼ੇਅਰ ਹੋਲਡਰ ਇੰਕਰੀਜ਼ ਹੋਣਗੇ ਤੁਹਾਡੀ ਕੰਪਨੀ ਦੇ ਵਿੱਚ ਓਨਾ ਹੀ ਉਹਨਾਂ ਦਾ ਰਾਈਟ ਇੰਕਰੀਜ਼ ਹੁੰਦਾ ਰਹੇਗਾ। ਸੋ ਨਾ ਹੀ ਕੋਈ ਸ਼ੇਅਰ ਹੋਲਡਰ ਇੰਕਰੀਜ਼ ਹੁੰਦੇ ਆ, ਨਾ ਹੀ ਉਹ ਆਪਣੀ ਕੋਈ ਵੋਟਿੰਗ ਰਾਈਟ ਵਗੈਰਾ ਹੱਕ ਜਤਾਉਂਦੇ ਆ। ਸੋ ਤੁਹਾਡਾ ਫੁੱਲ ਕੰਟਰੋਲ ਜਿਹੜਾ ਆ ਤੁਹਾਡੇ ਹੱਥ ਵਿੱਚ ਆ। ਮੀਨਸ ਇੰਟਰਨਲ ਸੋਰਸ ਜਿਹੜਾ ਤੁਹਾਡਾ ਓਨਰ ਜਿਹੜਾ ਆ ਤੁਹਾਡਾ ਆਪਣਾ ਡਿਸੀਜ਼ਨ ਹੋਏਗਾ। So these were the features and the concept related to the retained earning. Go through it, understand it, and note down this all features and concept in your fair notebook. Thanks and have a nice day.